ज्ञान ध्यान किछ करम न जाना, नाहन निर्मल करनी। साध संगत कै अंचल लावो, बिखम नदी जाय तरनी। गुरु प्यारी साध संगत जी, वाहिगुरु जी का खालसा, वाहिगुरु जी की फतेह। संगत जी, ਅੱਜ ਜੋ ਸਾਖੀ ਮੈਂ ਆਪ ਜੀ ਨਾਲ ਸਾਂਝੀ ਕਰਨ ਜਾ ਰਹੀ ਹਾਂ, ਉਹ ਸਾਖੀ ਹੈ ਭਗਤ ਧੰਨਾ ਜੀ ਦੀ। ਸੰਗਤ ਜੀ, ਭਗਤ ਧੰਨਾ ਜੀ ਦਾ ਜੋ ਜਨਮ ਸੀ ਉਹ ਰਾਜਸਥਾਨ ਦੇ ਟਾਂਕ ਜ਼ਿਲ੍ਹੇ ਵਿੱਚ ਧਵਾਨ ਕਲਾਂ ਪਿੰਡ ਵਿੱਚ ਹੋਇਆ। ਆਪ ਜੀ ਇੱਕ ਜੱਟ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਸੰਗਤ ਜੀ, ਬਚਪਨ ਦੇ ਥੋੜ੍ਹੇ ਜਿਹੇ ਸਾਲ ਖੇਲਦਿਆਂ ਕੁੱਦਦਿਆਂ ਬੀਤੇ ਤੇ ਜਦੋਂ ਹੋਸ਼ ਆਈ ਤਾਂ ਮਾਂ ਬਾਪ ਨੇ ਗਊਆਂ ਚਾਰਨ ਲਾ ਦਿੱਤਾ। ਸੰਗਤ ਜੀ, ਧੰਨਾ ਜੀ ਜਿੱਧਰ ਗਊਆਂ ਚਾਰਨ ਜਾਇਆ ਕਰਦੇ ਸਨ, ਪਿੰਡ ਦੇ ਬਾਹਰ ਉੱਧਰ ਇੱਕ ਤਲਾਅ ਦੇ ਕੋਲ ਕੱਚਾ ਤਲਾਅ ਸੀਗਾ ਤੇ ਉੱਥੇ ਜਦੋਂ ਗਊਆਂ ਚਾਰਨ ਜਾਇਆ ਕਰਦੇ ਸਨ ਤਾਂ ਰਸਤੇ ਵਿੱਚ ਇੱਕ ਠਾਕਰ ਦੁਆਰ ਆਉਂਦਾ ਸੀਗਾ, ਭਾਵ ਕਿ ਮੰਦਰ ਆਉਂਦਾ ਸੀ। ਪਿੰਡ ਦਾ ਜੋ ਪੰਡਤ ਸੀ ਸੰਗਤ ਜੀ, ਉਸ ਠਾਕੁਰ ਦੁਆਰੇ ਵਿੱਚ ਦੇਵੀ ਦੇਵਤਿਆਂ ਦੀ, ਪੱਥਰ ਦੀ ਮੂਰਤੀਆਂ ਦੀ ਪੂਜਾ ਕਰਿਆ ਕਰਦਾ ਸੀਗਾ, ਭੋਗ ਲਗਵਾਉਂਦਾ ਸੀ। ਇਹ ਉਸ ਦੀ ਰੋਟੀ ਦਾ ਵਸੀਲਾ ਸੀ ਸੰਗਤ ਜੀ। ਤੇ ਉਸ ਦੇ ਮਨ ਵਿੱਚ ਜੋ ਪ੍ਰਭੂ ਸਿਮਰਨ ਦੀ ਜੋ ਭਾਵਨਾ ਸੀ ਉਹ ਨਹੀਂ ਸੀ। ਤੇ ਸੰਗਤ ਜੀ, ਜੋ ਧੰਨਾ ਜੀ ਸੀ ਉਹ ਬਚਪਨ ਤੋਂ ਉਸ ਬ੍ਰਾਹਮਣ ਨੂੰ ਦੇਖਦੇ ਆ ਰਹੇ ਸੀ। ਕਦੀ ਕਦਾਈ ਆਪ ਵੀ ਉਹ ਠਾਕੁਰ ਦੁਆਰੇ ਚਲੇ ਜਾਂਦੇ ਸਨ। ਇੱਕ ਦਿਨ ਧੰਨੇ ਨੇ ਬ੍ਰਾਹਮਣ ਤੋਂ ਪੁੱਛ ਹੀ ਲਿਆ ਕਿ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਹੋ, ਭਲਾ ਉਹ ਕੀ ਦਿੰਦੇ ਹਨ? ਪੰਡਤ ਜੀ ਨੇ ਦੱਸਿਆ ਕਿ ਜੇਕਰ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗੀਏ ਸੋ ਦੇ ਦਿੰਦੇ ਹਨ। ਧੰਨਾ ਜੀ ਦੇ ਘਰ ਵੀ ਸੰਗਤ ਜੀ ਬਹੁਤ ਗਰੀਬੀ ਸੀ। ਉਹਨਾਂ ਨੇ ਸੋਚਿਆ, ਜੇਕਰ ਮੈਂ ਵੀ ਠਾਕੁਰ ਦੀ ਪੂਜਾ ਕਰਾਂ ਅਤੇ ਮੇਰੀ ਵੀ ਜੋ ਗਰੀਬੀ ਹੈ ਦੂਰ ਹੋ ਜਾਏ। ਸੋਚਦੇ ਹੋਏ ਧੰਨਾ ਜੀ ਨੇ ਕਿਹਾ, ਪੰਡਿਤ ਜੀ, ਇੱਕ ਠਾਕੁਰ ਮੈਨੂੰ ਵੀ ਦੇ ਦਿਓ। ਪੰਡਿਤ ਜੀ ਨੇ ਕਿਹਾ, ਇਹ ਤੇਰੇ ਵੱਸ ਦੀ ਗੱਲ ਨਹੀਂ ਹੈ, ਇਹ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣੇ। ਇੱਕ ਤਾਂ ਤੂੰ ਜੱਟ ਹੈ, ਜੱਟ ਨੂੰ ਪੂਜਾ ਕਰਨ ਦੀ ਅਕਲ ਨਹੀਂ ਹੁੰਦੀ। ਦੂਸਰਾ, ਤੂੰ ਅਨਪੜ੍ਹ ਹੈ ਔਰ ਵਿਦਿਆਹੀਨ ਜੋ ਪੁਰਸ਼ ਹੁੰਦਾ ਹੈ ਉਹ ਪਸ਼ੂ ਸਮਾਨ ਹੁੰਦਾ ਹੈ। ਤੀਸਰਾ, ਮੰਦਰ ਤੋਂ ਬਗੈਰ ਠਾਕੁਰ ਕਿਤੇ ਪ੍ਰਸੰਨ ਨਹੀਂ ਹੁੰਦੇ। ਬ੍ਰਾਹਮਣ ਜੋ ਹੁੰਦਾ ਹੈ ਉਸ ਦਾ ਕੰਮ ਪੂਜਾ ਪਾਠ ਕਰਨਾ ਹੁੰਦਾ ਹੈ, ਜੱਟ ਦਾ ਕੰਮ ਅੰਨ ਪੈਦਾ ਕਰਨਾ ਹੁੰਦਾ ਹੈ। ਤੁਸੀਂ ਲੋਕ ਤੇ ਹਲ ਵਾਹੁੰਦੇ ਤੇ ਕਹੀ ਰੰਬੇ ਨਾਲ ਹੀ ਕੰਮ ਕਰਦੇ ਚੰਗੇ ਲੱਗਦੇ ਹੋ। ਸੰਗਤ ਜੀ, ਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜ਼ਿੱਦ ਤੇ ਅੜ ਗਿਆ। ਪੰਡਤ ਨੇ ਸੋਚਿਆ ਕਿ ਇਹ ਤੇ ਜੜ ਬੁੱਧੀ ਹੈ, ਇਸਨੇ ਨਹੀਂ ਮੰਨਣਾ। ਤੇ ਉਹਨਾਂ ਨੇ ਸੜਕ ਤੋਂ ਇੱਕ ਗੋਲ ਪੱਥਰ ਜੋ ਸੀਗਾ ਉਸਨੂੰ ਕੱਪੜੇ ਵਿੱਚ ਲਪੇਟ ਕੇ ਧੰਨੇ ਨੂੰ ਦਿੰਦੇ ਹੋਏ ਕਿਹਾ ਕਿ ਹਰ ਰੋਜ਼ ਤੂੰ ਠਾਕੁਰ ਜੀ ਨੂੰ ਇਸ਼ਨਾਨ ਕਰਵਾ ਕੇ ਉਹਨਾਂ ਦੀ ਪੂਜਾ ਕਰਨੀ ਹੈ, ਫਿਰ ਇਹਨਾਂ ਨੂੰ ਭੋਗ ਲਗਵਾ ਕੇ ਖੁਦ ਰੋਟੀ ਖਾਣੀ ਹੈ। ਪਹਿਲੇ ਨਾ ਖਾਣ ਬੈਠ ਜਾਈਂ। ਧੰਨਾ ਖੁਸ਼ੀ ਖੁਸ਼ੀ ਉਸ ਪੱਥਰ ਨੂੰ ਜੋ ਕਿ ਪੰਡਤ ਨੇ ਦਿੱਤਾ ਸੀਗਾ ਕੱਪੜੇ ਦੇ ਵਿੱਚ ਲਪੇਟ ਕੇ ਸੰਗਤ ਜੀ ਆਪਣੀ ਛਾਤੀ ਨਾਲ ਲਗਾ ਕੇ ਘਰ ਲੈ ਆਏ। ਸੰਗਤ ਜੀ, ਉਹਨਾਂ ਨੇ ਪਹਿਲੇ ਘਰ ਆ ਕੇ ਉਸ ਜੋ ਠਾਕੁਰ ਸੀਗੇ ਉਹਨਾਂ ਨੂੰ ਇਸ਼ਨਾਨ ਕਰਵਾਇਆ। ਫਿਰ ਸੰਗਤ ਜੀ ਆਪਣੇ ਭਾਣੇ ਜੋ ਧੰਨਾ ਜੀ ਦੇ ਲਈ ਸਭ ਤੋਂ ਸਵਾਦਲੀ ਰੋਟੀ ਸਬਜ਼ੀ ਸੀ, ਸਾਗ ਤੇ ਮੱਕੀ ਦੀ ਰੋਟੀ ਬਣਾਈ। ਉਹ ਕਿਉਂਕਿ ਧੰਨਾ ਜੀ ਬਹੁਤ ਖੁਸ਼ ਹੋ ਕੇ ਖਾਂਦੇ ਸੀਗੇ ਤੇ ਉਹਨਾਂ ਨੂੰ ਇਹ ਸੀਗਾ ਕਿ ਠਾਕੁਰ ਜੀ ਵੀ ਇਹ ਬਹੁਤ ਖੁਸ਼ ਹੋ ਕੇ ਖਾਣਗੇ। ਸੰਗਤ ਜੀ, ਉਹ ਬਣਾ ਕੇ ਲਿਆਏ ਤੇ ਲਿਆ ਕੇ ਠਾਕੁਰ ਜੀ ਦੇ ਸਾਹਮਣੇ ਰੱਖ ਦਿੱਤੀ ਤੇ ਕਿਹਾ, ਠਾਕੁਰ ਜੀ ਭੋਗ ਲਗਾਓ। ਮੈਂ ਇਹ ਰੋਟੀ ਬੜੇ ਪਿਆਰ ਨਾਲ ਤੁਹਾਡੇ ਲਈ ਬਣਾਈ ਹੈ। ਤੁਸੀਂ ਪਹਿਲੇ ਰੋਟੀ ਖਾਓ, ਫਿਰ ਮੈਂ ਬਹੁਤ ਸਾਰੀਆਂ ਗੱਲਾਂ ਆਪ ਜੀ ਨਾਲ ਕਰਨੀਆਂ ਨੇ, ਪਰ ਪਹਿਲੇ ਰੋਟੀ ਖਾਓ। ਇਹ ਕਹਿ ਕੇ ਧੰਨਾ ਠਾਕੁਰ ਜੀ ਦੇ ਸਾਹਮਣੇ ਬੈਠ ਗਿਆ ਤੇ ਇੰਤਜ਼ਾਰ ਕਰਨ ਲੱਗਾ। ਸੰਗਤ ਜੀ, ਇੰਤਜ਼ਾਰ ਕਰਦੇ ਕਰਦੇ ਬੜਾ ਸਮਾਂ ਜੋ ਸੀਗਾ ਲੰਘ ਗਿਆ। ਧੰਨਾ ਜੀ ਨੇ ਫਿਰ ਕਿਹਾ, ਠਾਕੁਰ ਜੀ ਕਿਰਪਾ ਕਰਕੇ ਆਓ, ਰੋਟੀ ਖਾਓ। ਤੇ ਸੰਗਤ ਜੀ ਕਈ ਘੰਟੇ ਫਿਰ ਬੀਤ ਗਏ। ਧੰਨਾ ਜੀ ਨੇ ਸੋਚਿਆ, ਸ਼ਾਇਦ ਠਾਕੁਰ ਜੀ ਮੇਰੇ ਤੋਂ ਨਾਰਾਜ਼ ਨੇ, ਮੇਰੇ ਕੋਲੋਂ ਜ਼ਰੂਰ ਕੋਈ ਗਲਤੀ ਹੋ ਗਈ ਹੋਣੀ ਹੈ। ਤੇ ਭਗਤ ਜੀ
ਜੋ ਠਾਕੁਰ ਤੋਂ ਮਾਫੀ ਮੰਗਦੇ ਨੇ, ਕਹਿੰਦੇ ਨੇ ਕਿ ਤੁਸੀਂ ਮੇਰੇ ਤੋਂ ਨਾਰਾਜ਼ ਹੋ ਪਰ ਰੋਟੀ ਤਾਂ ਛਕ ਲਓ। ਤੁਸੀਂ ਪਹਿਲੇ ਜੋ ਮੈਂ ਮੱਕੀ ਦੀ ਰੋਟੀ ਤੇ ਸਰੋਂ ਦਾ ਜੋ ਮੈਂ ਸਾਗ ਬਣਾਇਆ ਹੈ ਇਹ ਖਾ ਕੇ ਤੇ ਵੇਖੋ। ਤੁਹਾਡੀ ਨਾਰਾਜ਼ਗੀ ਮੇਰੇ ਨਾਲ ਹੈ, ਮੇਰੇ ਤੇ ਗੁੱਸਾ ਕੱਢ ਲੈਣਾ, ਪਰ ਤੁਸੀਂ ਪਹਿਲੇ ਰੋਟੀ ਤੇ ਖਾਓ। ਸੰਗਤ ਜੀ, ਇਸ ਤਰ੍ਹਾਂ ਕਰਦੇ ਕਰਦੇ ਵੀ ਕਈ ਘੰਟੇ ਜੋ ਸੀ ਬੀਤ ਗਏ। ਧੰਨਾ ਜੀ ਕਦੀ ਨਾਰਾਜ਼ ਹੋ ਜਾਂਦੇ ਨੇ, ਕਦੀ ਠਾਕੁਰ ਜੀ ਦੀ ਮਿੰਨਤਾਂ ਕਰਦੇ ਨੇ ਤੇ ਕਦੀ ਉਹਨਾਂ ਨੂੰ ਗਲ ਨਾਲ ਲਗਾ ਕੇ ਪਿਆਰ ਕਰਦੇ ਨੇ। ਪਰ ਸੰਗਤ ਜੀ, ਇਸ ਤਰ੍ਹਾਂ ਕਰਨ ਨਾਲ ਕੁਝ ਵੀ ਨਹੀਂ ਹੁੰਦਾ। ਸਮਾਂ ਜੋ ਹੈ ਬਤੀਤ ਹੁੰਦਾ ਚਲਾ ਜਾਂਦਾ ਹੈ, ਬਤੀਤ ਹੁੰਦਾ ਜਾਂਦਾ ਹੈ। ਕਦੀ ਤੇ ਧੰਨਾ ਜੀ ਬਹੁਤ ਜ਼ਿਆਦਾ ਜੋ ਗੁੱਸਾ ਕਰਦੇ ਨੇ, ਕਦੀ ਪਿਆਰ ਕਰਦੇ ਨੇ, ਕਦੀ ਰੋਂਦੇ ਨੇ। ਉਹਨਾਂ ਨੂੰ ਜੋ ਰੱਟ ਹੈ ਲੱਗੀ ਹੋਈ ਹੈ ਕਿ ਠਾਕੁਰ ਜੀ ਨੂੰ ਪਾਣਾ ਹੈ, ਉਹਨਾਂ ਦੇ ਨਾਲ ਜੋ ਗੱਲਾਂ ਨੇ ਉਹ ਕਰਨੀਆਂ ਨੇ। ਠਾਕੁਰ ਜੀ ਤੁਸੀਂ ਕਦੋਂ ਆਓਗੇ? ਉਹਨਾਂ ਦੇ ਮਨ ਵਿੱਚ ਹੋਰ ਕੋਈ ਜੋ ਵੀ ਖਿਆਲ ਸਨ ਸਭ ਖਤਮ ਹੋ ਗਏ ਸਨ। ਬਸ ਇੱਕ ਠਾਕੁਰ ਦੀ ਲਿਵ ਜੋ ਸੀ ਲੱਗ ਗਈ। ਤੇ ਸੰਗਤ ਜੀ, ਇਸ ਤਰ੍ਹਾਂ ਕਰਦੇ ਕਰਦੇ 2 ਦਿਨ ਤੇ 2 ਰਾਤਾਂ ਲੰਘ ਗਈਆਂ। ਧੰਨਾ ਜੀ ਨੇ ਹਰ ਤਰ੍ਹਾਂ ਨਾਲ ਠਾਕੁਰ ਜੀ ਨੂੰ ਮਨਾ ਕੇ ਦੇਖ ਲਿਆ, ਪਿਆਰ ਨਾਲ, ਮਿੰਨਤਾਂ ਨਾਲ, ਗੁੱਸੇ ਨਾਲ, ਪਰ ਸੰਗਤ ਜੀ ਕੁਝ ਵੀ ਨਹੀਂ ਹੋਇਆ। ਤੀਸਰੇ ਦਿਨ ਸਵੇਰੇ ਸੰਗਤ ਜੀ, ਕਿਉਂਕਿ ਧੰਨਾ ਜੀ ਨੇ ਵੀ ਆਪ ਇੱਕ ਦਾਣਾ ਅੰਨ ਦਾ ਤੇ ਇੱਕ ਬੂੰਦ ਜੋ ਪਾਣੀ ਦੀ ਨਹੀਂ ਪੀਤੀ। ਸੰਗਤ ਜੀ, ਉਹਨਾਂ ਦੀ ਜੋ ਹਾਲਤ ਸੀ ਤਰਸਯੋਗ ਹੋ ਗਈ ਸੀ, ਬਹੁਤ ਹੀ ਖਰਾਬ ਹੋ ਗਈ ਸੀ। ਸੰਗਤ ਜੀ, ਉਸ ਟਾਈਮ ਜੋ ਪਰਮਾਤਮਾ ਸੀ, ਵਾਹਿਗੁਰੂ ਜੀ ਸੀ, ਉਹਨਾਂ ਨੇ ਸੋਚਿਆ ਕਿ ਹੁਣ ਤੇ ਮੈਨੂੰ ਜਾਣਾ ਹੀ ਪਏਗਾ। ਸੰਗਤ ਜੀ, ਪਰਮਾਤਮਾ ਆਪਣੇ ਭਗਤਾਂ ਨੂੰ ਕਦੀ ਵੀ ਦੁੱਖ ਵਿੱਚ ਨਹੀਂ ਦੇਖ ਸਕਦਾ। ਸੰਗਤ ਜੀ, ਵਾਹਿਗੁਰੂ ਜੀ ਇੱਕ ਜਵਾਨ ਮੁੰਡੇ ਦੇ ਰੂਪ ਵਿੱਚ ਉਹ ਧੰਨੇ ਦੇ ਕੋਲ ਆਏ, ਉਸਨੂੰ ਦਰਸ਼ਨ ਦਿੱਤੇ। ਸੰਗਤ ਜੀ, ਧੰਨਾ ਉਹਨਾਂ ਨੂੰ ਦੇਖ ਕੇ ਸਾਰੇ ਜੋ ਆਪਣੇ ਦੁੱਖ ਦਰਦ ਸੀ ਭੁੱਲ ਗਿਆ, ਜਿੰਨਾ ਵੀ ਗੁੱਸਾ ਸੀ ਸਭ ਭੁੱਲ ਗਿਆ। ਪਰਮਾਤਮਾ ਜੀ ਦੋਨੋਂ ਹੱਥ ਜੋੜ ਕੇ ਧੰਨੇ ਨੂੰ ਕਹਿੰਦੇ ਨੇ, ਮਾਫ ਕਰਨਾ ਧੰਨਾ ਜੀ, ਮੈਂ ਕੁਝ ਲੇਟ ਹੋ ਗਿਆ ਹਾਂ। ਪਰ ਪਰਮਾਤਮਾ ਕੁਝ ਹੋਰ ਬੋਲਦੇ। ਧੰਨਾ ਜੀ ਦੀ ਅੱਖਾਂ ਵਿੱਚੋਂ ਖੁਸ਼ੀ ਦੇ ਜੋ ਅਥਰੂ ਸਨ ਵਹਿ ਰਹੇ ਸਨ। ਕਹਿੰਦੇ ਕਿ ਠਾਕੁਰ ਜੀ ਤੁਸੀਂ ਬਹੁਤ ਭੁੱਖੇ ਹੋਵੋਗੇ, ਰੁਕੋ ਪਹਿਲੇ ਮੈਂ ਜੋ ਰੋਟੀ ਹੈ ਗਰਮ ਕਰਕੇ ਲੈ ਆਵਾਂ। ਧੰਨਾ ਜੀ ਨੂੰ ਤੇ ਸੰਗਤ ਜੀ ਜਿਵੇਂ ਕੋਈ ਚਾਹ ਜਿਹਾ ਚੜ ਗਿਆ ਸੀਗਾ। ਉਹਨਾਂ ਦੀ ਖੁਸ਼ੀ ਜੋ ਸੀ ਸੰਭਾਲੇ ਨਹੀਂ ਸੰਭਲ ਰਹੀ ਸੀ। ਸੰਗਤ ਜੀ, ਜਿਵੇਂ ਕੋਈ ਆਪਣਾ ਹੀ ਗਵਾਚਾ ਹੋਇਆ ਲੱਭ ਜਾਂਦਾ ਹੈ। ਸੰਗਤ ਜੀ, ਇਹ ਚਾਹ ਹੋਵੇ ਵੀ ਕਿਉਂ ਨਾ, ਉਹਨਾਂ ਨੇ ਤੇ ਭੋਲੇ ਭਾਅ ਰੱਬ ਨੂੰ ਪਾ ਲਿਆ ਸੀ। ਨਹੀਂ ਤੇ ਪੰਡਤ ਜੀ ਕਈ ਪੁਸ਼ਤਾਂ ਤੋਂ ਮੂਰਤੀ ਪੂਜਾ ਕਰਦੇ ਆ ਰਹੇ ਸੀ, ਉਹਨਾਂ ਨੂੰ ਤੇ ਅੱਜ ਤੱਕ ਰੱਬ ਨੇ ਦਰਸ਼ਨ ਨਹੀਂ ਦਿੱਤੇ ਸੀ। ਸੰਗਤ ਜੀ, ਪਰਮਾਤਮਾ ਨੇ ਧੰਨੇ ਦੀ ਬਣਾਈ ਰੋਟੀ ਇਵੇਂ ਖਾਈ ਜਿਵੇਂ ਕਿ ਵਾਕਈ ਕਈ ਦਿਨਾਂ ਤੋਂ ਭੁੱਖੇ ਹੁੰਦੇ ਨੇ। ਤੇ ਧੰਨਾ ਜੀ ਵੀ ਉਹਨਾਂ ਨੂੰ ਇਵੇਂ ਨਿਹਾਰ ਰਹੇ ਸੀ ਜਿਵੇਂ ਮਾਂ ਆਪਣੇ ਬੱਚੇ ਨੂੰ ਰੋਟੀ ਖਾਂਦਾ ਦੇਖ ਕੇ ਖੁਸ਼ ਹੁੰਦੀ ਹੈ। ਸੰਗਤ ਜੀ, ਪ੍ਰਸ਼ਾਦਾ ਛਕਣ ਤੋਂ ਬਾਅਦ ਵਾਹਿਗੁਰੂ ਜੀ ਨੇ ਧੰਨੇ ਜੀ ਨੂੰ ਕਿਹਾ ਕਿ ਤੂੰ ਕੁਝ ਮੰਗਣਾ ਚਾਹੁੰਦਾ ਸੀ। ਤਾਂ ਧੰਨਾ ਜੀ ਇੱਥੇ ਇੱਕ ਸ਼ਬਦ ਉਚਾਰਦੇ ਨੇ ਸੰਗਤ ਜੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸੰਕਲਿਤ ਕੀਤਾ ਗਿਆ ਹੈ। ਸੰਗਤ ਜੀ, ਕੀ ਕਹਿ ਰਹੇ ਨੇ ਧੰਨਾ ਜੀ? ਧੰਨਾ ਜੀ ਠਾਕੁਰ ਜੀ ਨੂੰ ਕਹਿ ਰਹੇ ਨੇ, ਧਨਾਸਰੀ ਧੰਨਾ ਜੀ, ਗੋਪਾਲ ਤੇਰਾ ਆਰਤਾ। ਸੰਗਤ ਜੀ, ਇੱਥੇ ਆਰਤਾ ਤੋਂ ਭਾਵ ਹੈ ਮੰਗਤਾ। ਧੰਨਾ ਜੀ ਕਹਿ ਰਹੇ ਨੇ, ਹੇ ਪ੍ਰਿਥਵੀ ਦੇ ਪਾਲਣ ਵਾਲੇ ਪ੍ਰਭੂ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੇਰੀਆਂ ਲੋੜਾਂ ਜੋ ਨੇ ਪੂਰੀਆਂ ਕਰ। ਅੱਗੇ ਕਹਿ ਰਹੇ ਨੇ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ ਰਹਾਓ। ਜਿਹੜੇ ਮਨੁੱਖ, ਜਿਹੜੇ ਭਗਤ ਤੇਰੀ ਭਗਤੀ ਕਰਦੇ ਨੇ, ਤੈਨੂੰ ਰਿਝਾਉਂਦੇ ਨੇ, ਤੁਸੀਂ ਉਹਨਾਂ ਦੇ ਜੋ ਸਾਰੇ ਕੰਮ ਨੇ ਸਵਾਰ ਦਿੰਦੇ ਹੋ ਤੇ ਮੇਰੇ ਵੀ ਸਵਾਰੋ। ਦਾਲ ਸੀਧਾ ਮੰਗੋ ਕੀਓ। ਸੰਗਤ ਜੀ, ਸੀਧਾ ਤੋਂ ਭਾਵ ਆਟਾ ਹੈ। ਧੰਨਾ ਜੀ ਬਹੁਤ ਗਰੀਬ ਸੀ ਤੇ ਪ੍ਰਭੂ ਨੂੰ ਕਹਿੰਦੇ ਨੇ, ਮੈਨੂੰ ਥੋੜੀ ਜਿਹੀ ਦਾਲ, ਆਟਾ ਤੇ ਘਿਓ ਜੋ ਹੈ ਆਪ ਜੀ ਪਾਸੋਂ ਮੰਗਦਾ ਹਾਂ। ਹਮਰਾ ਖੁਸ਼ੀ ਕਰੈ ਨਿਤ ਜੀਓ, ਜਿਸ ਨਾਲ ਜੋ ਮੇਰੀ ਇਹ ਜਿੰਦ ਹੈ ਸੁਖੀ ਹੋ ਜਾਵੇਗੀ, ਮੈਂ ਖੁਸ਼ ਹੋ ਜਾਵਾਂਗਾ। ਅੱਗੇ ਕਹਿ ਰਹੇ ਨੇ, ਪਨੀਆਂ ਛਾਦਨ ਨੀਕਾ, ਆਨਾਜ ਮੰਗੋ ਸਤ ਸੀਕਾ। ਸੰਗਤ ਜੀ, ਪਨੀਆਂ ਦਾ ਅਰਥ ਹੁੰਦਾ ਹੈ ਜੁੱਤੀ, ਛਾਦਨ ਦਾ ਅਰਥ ਹੁੰਦਾ ਹੈ ਕੱਪੜਾ,
ਨੀਕਾ ਦਾ ਅਰਥ ਹੁੰਦਾ ਹੈ ਸੋਹਣਾ। 7 ਸੀਕਾ ਅਨਾਜ ਸੰਗਤ ਜੀ, ਜੋ 7 ਵਾਰੀ ਜੋ ਖੇਤ ਹੁੰਦਾ ਹੈ ਉਸ ਨੂੰ ਪਹਿਲੇ ਵਾਹਿਆ ਜਾਂਦਾ ਹੈ 7 ਵਾਰੀ, ਫਿਰ ਉਹਦੇ 'ਚ ਜੋ ਅੰਨ ਪੈਦਾ ਹੁੰਦਾ ਹੈ ਉਸ ਨੂੰ 7 ਸੀਕਾ ਅਨਾਜ ਕਿਹਾ ਜਾਂਦਾ ਹੈ। ਪਹਿਲੀ ਨੂੰ 7 ਵਾਰ ਕੇ ਜੋ ਪੈਦਾ ਕੀਤਾ ਗਿਆ ਹੋਵੇ। ਧੰਨਾ ਜੀ ਕਹਿੰਦੇ ਨੇ ਕਿ ਮੈਨੂੰ ਇੱਕ ਜੁੱਤੀ, ਸੋਹਣਾ ਕੱਪੜਾ ਤੇ 7 ਸੀਕਾ ਅਨਾਜ ਵੀ ਤੇਰੇ ਪਾਸੋਂ ਮੰਗਦਾ ਹਾਂ। ਫਿਰ ਧੰਨਾ ਜੀ ਕਹਿੰਦੇ ਨੇ ਗੋ ਭੈਸ ਮੰਗੋ ਲਾਵੇਰੀ, ਹੇ ਗੋਪਾਲ ਮੈਨੂੰ ਇੱਕ ਗਾਂ ਜੋ ਹੈ ਲਵੇਰੀ ਵੀ ਮੈਂ ਤੇਰੇ ਕੋਲੋਂ ਮੰਗਦਾ ਹਾਂ। ਇੱਕ ਤਾਜਨ ਤੁਰੀ ਚੰਗੇਰੀ ਤੇ ਇੱਕ ਚੰਗੀ ਅਰਬੀ ਜੋ ਘੋੜੀ ਹੈ ਉਹ ਵੀ ਤੇਰੇ ਕੋਲੋਂ ਚਾਹੀਦੀ ਹੈ, ਤਾਂ ਕਿ ਮੈਂ ਕਿੱਥੇ ਜੋ ਆਵਾਂ ਜਾਵਾਂ ਤੇ ਮੈਨੂੰ ਸੁੱਖ ਹੋਵੇ। ਫਿਰ ਕਹਿੰਦੇ ਨੇ ਘਰ ਕੀ ਗੀਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਮੈਨੂੰ ਇੱਕ ਘਰ ਦੀ ਚੰਗੀ ਇਸਤਰੀ, ਭਾਵ ਉਹਨਾਂ ਨੇ ਆਪਣੀ ਧਰਮ ਪਤਨੀ ਬਾਰੇ ਕਿਹਾ ਹੈ, ਘਰ ਦੀ ਚੰਗੀ ਇਸਤਰੀ ਵੀ ਮੈਂ ਤੇਰਾ ਦਾਸ ਧੰਨਾ ਤੇਥੋਂ ਮੰਗਦਾ ਹਾਂ। ਸੰਗਤ ਜੀ ਐਨੀ ਭੋਲੀਆਂ ਜੋ ਗੱਲਾਂ ਸੁਣ ਕੇ ਪਰਮਾਤਮਾ ਜੋ ਸੀ ਮੁਸਕਰਾ ਪਏ ਤੇ ਕਹਿੰਦੇ ਨੇ ਕਿ ਧੰਨਾ ਜੀ ਇਹ ਸਾਰਾ ਤੁਹਾਨੂੰ ਦਿੱਤਾ, ਹੋਰ ਕੀ ਚਾਹੀਦਾ ਹੈ। ਕਿਉਂਕਿ ਉਸ ਟਾਈਮ ਪ੍ਰਭੂ ਬਹੁਤ ਹੀ ਪ੍ਰੇਮ ਵਿੱਚ ਆਏ ਹੋਏ ਸਨ। ਉਹ ਧੰਨਾ ਜੀ ਤੇ ਬਲਿਹਾਰੀ ਜਾ ਰਹੇ ਸਨ। ਸੰਗਤ ਜੀ ਜੋ ਭਗਤ ਪਰਮਾਤਮਾ ਦੇ ਪਿਆਰੇ ਹੁੰਦੇ ਨੇ, ਪਰਮਾਤਮਾ ਵੀ ਉਹਨਾਂ ਤੋਂ ਬਲਿਹਾਰੀ ਜਾਂਦਾ ਹੈ। ਧੰਨਾ ਜੀ ਕਹਿੰਦੇ ਨੇ ਸੰਗਤ ਜੀ ਕਿ ਹੁਣ ਤੁਸੀਂ ਆ ਗਏ ਹੋ, ਹੁਣ ਛੱਡ ਕੇ ਨਾ ਜਾਣਾ, ਹੁਣ ਤੁਸੀਂ ਮੇਰੇ ਨਾਲ ਹੀ ਰਹੋ, ਬਸ ਮੈਂ ਤੁਹਾਨੂੰ ਵੇਖਦਾ ਰਹਾਂ, ਤੁਹਾਨੂੰ ਜਪਦਾ ਰਹਾਂ। ਤੇ ਸੰਗਤ ਜੀ ਤੁਸੀਂ ਕਹਿੰਦੇ ਨੇ ਤੂੰ ਮੇਰਾ ਹਾਣੀ, ਮੈਂ ਤੇਰਾ ਹਾਣੀ, ਆਪਾਂ ਇੰਜ ਹੀ ਰਹਾਂਗੇ। ਸੰਗਤ ਜੀ ਪਰਮਾਤਮਾ ਫਿਰ ਮੁਸਕਰਾ ਦਿੱਤੇ, ਕਹਿੰਦੇ ਠੀਕ ਹੈ। ਧੰਨਾ ਜੀ ਜੋ ਸੀਗੇ ਸਿਰ ਤੋਂ ਪੈਰਾਂ ਤੱਕ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਜਾਂਦੇ ਨੇ। ਅਗਲੇ ਕੁਝ ਦਿਨ ਤੱਕ ਉਹ ਬਾਹਾਂ ਵਿੱਚ ਬਾਹਾਂ ਪਾ ਕੇ ਜਿਵੇਂ ਦੋ ਜਿਗਰੀ ਜੋ ਯਾਰ ਹੁੰਦੇ ਨੇ ਇਵੇਂ ਘੁੰਮਦੇ ਨੇ, ਸਾਰੇ ਕੰਮ ਇਕੱਠੇ ਕਰਦੇ ਨੇ। ਸੰਗਤ ਜੀ ਕਿੰਨਾ ਭੋਲਾਪਨ ਸੀ ਧੰਨਾ ਜੀ ਦੇ ਵਿੱਚ, ਤੇ ਫਿਰ ਕਿਵੇਂ ਭਗਤਾਂ ਦਾ ਮਾਣ ਰੱਖਦੇ ਨੇ ਪਰਮਾਤਮਾ ਵਾਹਿਗੁਰੂ ਜੀ। ਸੰਗਤ ਜੀ ਇੱਕ ਦਿਨ ਉਹ ਪੰਡਤ ਜਿਸਨੇ ਧੰਨਾ ਜੀ ਨੂੰ ਸੜਕ ਤੋਂ ਜੋ ਸੀ ਪੱਥਰ ਚੁੱਕ ਕੇ ਦਿੱਤਾ ਸੀਗਾ, ਧੰਨਾ ਜੀ ਦੇ ਖੇਤਾਂ ਦੀ ਤਰਫੋਂ ਨਿਕਲਿਆ। ਧੰਨਾ ਜੀ ਨੇ ਭੱਜ ਕੇ ਉਸ ਨੂੰ ਰੋਕਿਆ ਤੇ ਆਖਿਆ ਕਿ ਹੇ ਪੰਡਤ ਜੀ, ਤੁਸੀਂ ਤੇ ਬਹੁਤ ਹੀ ਵਧੀਆ ਜੋ ਬੰਦੇ ਹੋ, ਤੁਸੀਂ ਤੇ ਮੇਰਾ ਬਹੁਤ ਹੀ ਕੰਮ ਜੋ ਹੈ ਵੱਡਾ ਕਰ ਦਿੱਤਾ ਹੈ, ਤੁਸੀਂ ਮੈਨੂੰ ਬਹੁਤ ਚੰਗੇ ਜੋ ਠਾਕੁਰ ਦਿੱਤੇ ਹਨ। ਪੰਡਤ ਸੋਚਦਾ ਹੈ ਕਿ ਕਿਸ ਬਾਰੇ ਗੱਲ ਕਰ ਰਿਹਾ ਹੈ। ਫਿਰ ਉਸ ਨੂੰ ਯਾਦ ਆਉਂਦਾ ਹੈ ਤੇ ਕਹਿੰਦਾ ਹੈ ਉਹ ਅੱਛਾ ਕੋਈ ਗੱਲ ਨਹੀਂ, ਦੇਖ ਮੈਂ ਕੁਝ ਜਲਦੀ ਦੇ ਵਿੱਚ ਹਾਂ, ਪੰਡਤਾਂ ਦੀ ਇੱਕ ਮਹਾਂ ਸਭਾ ਹੋ ਰਹੀ ਹੈ, ਮੈਂ ਉੱਥੇ ਜਾ ਰਿਹਾ ਹਾਂ, ਮੈਂ ਫਿਰ ਤੇਰੇ ਨਾਲ ਗੱਲ ਕਰਾਂਗਾ। ਧੰਨਾ ਜੀ ਕਹਿੰਦੇ ਕਿ ਪੰਡਤ ਜੀ 1 ਮਿੰਟ ਰੁਕ ਕੇ ਲੱਸੀ ਤੇ ਪੀਂਦੇ ਜਾਓ, ਠਾਕੁਰ ਜੀ ਦੁਨੀਆ ਦੀ ਸਭ ਤੋਂ ਚੰਗੀ ਲੱਸੀ ਬਣਾਉਂਦੇ ਨੇ। ਪੰਡਤ ਜੀ ਬੜੀ ਹੈਰਾਨਗੀ ਨਾਲ ਅੱਗੋਂ ਪੁੱਛਦੇ ਨੇ ਕੀ ਕਿਹਾ, ਠਾਕੁਰ ਜੀ ਲੱਸੀ ਬਣਾਉਂਦੇ ਨੇ? ਧੰਨਾ ਜੀ ਕਹਿੰਦੇ ਪੰਡਤ ਜੀ ਦੁਨੀਆ ਦੀ ਸਭ ਤੋਂ ਜੋ ਵਧੀਆ ਲੱਸੀ ਹੈ ਉਹ ਬਣਾਉਂਦੇ ਨੇ ਠਾਕੁਰ ਜੀ। ਉਹ ਦੇਖੋ ਹਲ ਵਾਹ ਰਹੇ ਨੇ, ਕਿੰਨੇ ਸੋਹਣਾ ਜਵਾਨ ਮੁੰਡਾ ਹੈ। ਸੰਗਤ ਜੀ ਉਹ ਉਸ ਨੂੰ ਇਸ਼ਾਰਾ ਕਰਕੇ ਦਿਖਾਉਂਦੇ ਨੇ, ਮੇਰੀ ਤੇ ਉਸ ਤੋਂ ਨਜ਼ਰ ਹੀ ਨਹੀਂ ਹਟਦੀ। ਪੰਡਤ ਜੀ ਬੜੀ ਹੀ ਹੈਰਾਨਗੀ ਨਾਲ ਉੱਧਰ ਦੇਖਦੇ ਨੇ ਜਿਸ ਦਿਸ਼ਾ ਵੱਲ ਧੰਨਾ ਜੀ ਇਸ਼ਾਰਾ ਕਰ ਰਹੇ ਹੁੰਦੇ ਨੇ। ਤੇ ਸੰਗਤ ਜੀ ਪੰਡਤ ਜੀ ਨੂੰ ਇਹ ਤੇ ਦਿਸ ਰਿਹਾ ਹੈ ਕਿ ਬੈਲ ਹੱਕੇ ਜਾ ਰਹੇ ਨੇ, ਪਰ ਇਹ ਨਹੀਂ ਨਜ਼ਰ ਆਉਂਦਾ ਕਿ ਉਹਨਾਂ ਨੂੰ ਕੌਣ ਹੱਕ ਰਿਹਾ ਹੈ। ਉਹ ਧੰਨੇ ਨੂੰ ਬੜੀ ਹੀ ਹੈਰਾਨਗੀ ਨਾਲ ਪੁੱਛਦੇ ਨੇ ਇਹਨਾਂ ਬੈਲਾਂ ਨੂੰ ਕੌਣ ਹੱਕ ਰਿਹਾ ਹੈ। ਧੰਨਾ ਜੀ ਕਹਿੰਦੇ ਨੇ ਹੋਰ ਕੌਣ ਹੈ, ਤੁਸੀਂ ਨੇ ਜੋ ਠਾਕੁਰ ਦਿੱਤੇ ਸੀ ਉਹੀ ਤਾਂ ਨੇ। ਸੰਗਤ ਜੀ ਪੰਡਤ ਜੀ ਨੂੰ ਕੁਝ ਨਜ਼ਰ ਆਵੇ ਤਾਂ ਬੋਲਣ ਵਿਚਾਰੇ। ਪੰਡਤ ਜੀ ਬਸ ਟੱਲੀਆਂ ਖੜਕਾ ਕੇ ਹੀ ਪੂਜਾ ਕਰਿਆ ਕਰਦੇ ਸਨ, ਪਰ ਧੰਨੇ ਨੇ ਤੇ ਦਿਲ ਵਿੱਚੋਂ ਹੀ ਪੂਜਾ ਕੀਤੀ ਤੇ ਰੱਬ ਨੂੰ ਪਾ ਲਿਆ। ਸੰਗਤ ਜੀ ਪੰਡਤ ਬੜੀ ਹੀ ਉਤਸੁਕਤਾ ਨਾਲ ਧੰਨੇ ਨੂੰ ਪ੍ਰਸ਼ਨ ਕਰਦੇ ਜਾ ਰਹੇ ਨੇ ਤੇ ਸੰਗਤ ਜੀ ਧੰਨਾ ਜੀ ਸਮਝ ਜਾਂਦੇ ਨੇ ਕਿ ਪੰਡਤ ਜੀ ਨੂੰ ਕੁਝ ਨਜ਼ਰ ਨਹੀਂ ਆ ਰਿਹਾ। ਧੰਨਾ ਜੀ ਉਹਨਾਂ ਨੂੰ ਵਾਅਦਾ ਕਰਦੇ ਨੇ ਕਿ ਮੈਂ ਠਾਕੁਰ ਨੂੰ ਪੁੱਛਾਂਗਾ ਕਿ ਉਹ ਤੁਹਾਨੂੰ ਨਜ਼ਰ ਕਿਉਂ ਨਹੀਂ ਆ ਰਹੇ।
ਤੇ ਸੰਗਤ ਜੀ ਇਹ ਗੱਲ ਸੁਣ ਕੇ ਪੰਡਤ ਜੋ ਸੀ ਉੱਥੋਂ ਚੱਲ ਪੈਂਦਾ ਹੈ। ਸੰਗਤ ਜੀ ਫਿਰ ਧੰਨਾ ਜੀ ਪਰਮਾਤਮਾ ਕੋਲ ਜਾ ਕੇ ਪੁੱਛਦੇ ਨੇ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਠਾਕੁਰ ਜੀ ਕਿ ਪੰਡਤ ਜੀ ਨੂੰ ਤੁਸੀਂ ਨਜ਼ਰ ਹੀ ਨਹੀਂ ਆ ਰਹੇ। ਵਾਹਿਗੁਰੂ ਜੀ ਕਹਿੰਦੇ ਨੇ ਧੰਨੇ ਜੀ ਉਹ ਪੰਡਤ ਤੇ ਅਸਲ ਵਿੱਚ ਮੈਨੂੰ ਦੇਖਣਾ ਹੀ ਨਹੀਂ ਚਾਹੁੰਦਾ। ਉਹ ਮੇਰੀ ਬਣਾਈ ਹੋਈ ਜੋ ਇਹ ਮਾਇਆ ਹੈ, ਇਹ ਸ੍ਰਿਸ਼ਟੀ ਹੈ, ਇਸ ਵਿੱਚ ਹੀ ਲਿਪਤ ਹੈ। ਉਸ ਨੂੰ ਉਹ ਮਾਇਆ ਚੰਗੀ ਲੱਗਦੀ ਹੈ ਧੰਨਾ ਜੀ, ਮੈਂ ਚੰਗਾ ਨਹੀਂ ਲੱਗਦਾ। ਧੰਨਾ ਜੀ ਨੇ ਫਿਰ ਸਵਾਲ ਕੀਤਾ ਕਿ ਇਹ ਕਿਸ ਤਰ੍ਹਾਂ ਸੰਭਵ ਹੈ ਕਿ ਮੈਂ ਤੁਹਾਨੂੰ ਦੇਖ ਪਾ ਰਿਹਾ ਹਾਂ ਪਰ ਦੂਜੇ ਨਹੀਂ। ਧੰਨਾ ਜੀ ਦੇ ਅੰਦਰ ਬੜੀ ਹੀ ਇੱਕ ਤਰ੍ਹਾਂ ਦੀ ਜਿਗਿਆਸਾ ਜੋ ਸੀ ਉੱਠਣ ਲੱਗ ਪਈ। ਤੁਹਾਨੂੰ ਦੇਖਣ ਲਈ ਇਹਨਾਂ ਨੂੰ ਕੀ ਕਰਨਾ ਪਏਗਾ? ਸੰਗਤ ਜੀ ਨੇ ਫਿਰ ਧੰਨਾ ਜੀ ਨੂੰ ਵਾਹਿਗੁਰੂ ਜੀ ਕਹਿ ਰਹੇ ਨੇ ਕਿ ਜੋ ਮੈਨੂੰ ਪਾਉਣਾ ਚਾਹੁੰਦਾ ਹੈ ਉਸ ਨੂੰ ਪਹਿਲੇ ਆਪਣੇ ਅੰਦਰੋਂ ਨਿਰਮਲ ਹੋਣਾ ਪਏਗਾ। ਨਿਰਮਲ ਹੋਣ ਲਈ ਉਸ ਨੂੰ ਨਾਮ ਸਿਮਰਨ ਜੋ ਹੈ ਕਰਨਾ ਪਏਗਾ। ਪਰਮਾਤਮਾ ਧੰਨਾ ਜੀ ਨੂੰ ਦੱਸ ਰਹੇ ਨੇ ਕੇਵਲ ਮਨੁੱਖਾ ਜਨਮ ਹੀ ਇਹ ਹੈ ਜਿਸ ਵਿੱਚ ਸਿਮਰਨ ਜੋ ਹੈ ਕੀਤਾ ਜਾ ਸਕਦਾ ਹੈ। ਸਿਮਰਨ ਕਰਨ ਨਾਲ ਮਨੁੱਖ ਦੀ ਜੋ ਅੰਦਰਲੀ ਮੈਲ ਹੁੰਦੀ ਹੈ ਉਹ ਧੁੱਲ ਜਾਂਦੀ ਹੈ ਤੇ ਉਹ ਮੇਰੇ ਦਰਸ਼ਨ ਕਰ ਲੈਂਦਾ ਹੈ। ਸੰਗਤ ਜੀ ਧੰਨਾ ਜੀ ਕਹਿੰਦੇ ਨੇ ਪਰ ਮੈਂ ਤੇ ਤੁਹਾਡਾ ਨਾਮ ਨਹੀਂ ਜਪਿਆ, ਫਿਰ ਮੈਂ ਤੁਹਾਨੂੰ ਕਿਸ ਤਰ੍ਹਾਂ ਦੇਖ ਪਾ ਰਿਹਾ ਹਾਂ? ਤਾਂ ਉਸ ਜਵਾਨ ਪੁਰਖ ਨੇ ਜੋ ਕਿ ਪਰਮਾਤਮਾ ਆਪ ਸੀਗੇ, ਉਹਨਾਂ ਨੇ ਥੋੜ੍ਹਾ ਅੱਗੇ ਹੋ ਕੇ ਧੰਨੇ ਦੇ ਸਿਰ ਉੱਪਰ ਜੋ ਮੱਥੇ ਦੇ ਉੱਪਰ ਆਪਣਾ ਹੱਥ ਰੱਖਿਆ। ਸੰਗਤ ਜੀ ਧੰਨੇ ਨੂੰ ਤੇ ਕਈ ਜਨਮਾਂ ਦਾ ਜੋ ਸੀ ਗਿਆਨ ਹੋ ਗਿਆ। ਉਸਨੇ ਕੀ ਦੇਖਿਆ ਕਿ ਉਹਨੇ ਪਿਛਲੇ ਕਈ ਜਨਮਾਂ ਦੇ ਵਿੱਚ ਬੜੀ ਹੀ ਤਪੱਸਿਆ, ਕੜੀ ਜੋ ਤਪੱਸਿਆ ਹੈ ਕੀਤੀ ਹੈ। ਕਿੰਨੇ ਹੀ ਸਾਲ ਉਹਨੇ ਠੰਡੇ ਜਲ ਵਿੱਚ ਖੜੇ ਹੋ ਕੇ, ਕਿੰਨੇ ਸਾਲ ਹੀ ਉਸਨੇ ਫਿਰ ਜੋ ਪੇੜ ਤੇ ਉਲਟਾ ਲਟਕ ਕੇ ਤੇ ਕਦੀ ਧੂਣੀਆਂ ਤਪਾ ਕੇ ਕਦੀ ਕਿਵੇਂ ਤੇ ਕਿਵੇਂ ਤਪੱਸਿਆ ਕਰ ਰਹੇ ਨੇ। ਸੰਗਤ ਜੀ ਉਹ ਪੂਰਾ ਆਪਣਾ ਜੋ ਪਿਛਲੇ ਜਨਮਾਂ ਦਾ ਬਿਉਰਾ ਹੈ ਦੇਖ ਰਹੇ ਨੇ ਤੇ ਫਿਰ ਕੀ ਦੇਖਦੇ ਨੇ ਕਿ ਜੋ ਇਸ ਤੋਂ ਪਹਿਲੇ ਦਾ ਜਨਮ ਸੀਗਾ ਉਹਦੇ ਵਿੱਚ ਉਹਨਾਂ ਨੇ ਗੁਰੂ ਧਾਰਨ ਕੀਤਾ, ਜਿਨ੍ਹਾਂ ਨੇ ਉਹਨਾਂ ਨੂੰ ਕਿਹਾ ਕਿ ਜੋ ਤੁਸੀਂ ਪਿਛਲੇ ਜਨਮਾਂ ਦੇ ਵਿੱਚ ਕਿਰਿਆਵਾਂ ਕੀਤੀਆਂ ਨੇ ਉਹ ਪਰਮਾਤਮਾ ਦੇ ਲਈ ਜੋ ਨੇ ਬਹੁਤ ਹੌਲੀ ਹੌਲੀ ਕੰਮ ਕਰਦੀਆਂ ਨੇ। ਉਹਨਾਂ ਦੇ ਨਾਲ ਜੋ ਹੈ ਬਹੁਤ ਸਮਾਂ ਜ਼ਿਆਦਾ ਲੱਗ ਜਾਂਦਾ ਹੈ ਪਰਮਾਤਮਾ ਦੇ ਦਰਸ਼ਨਾਂ ਨੂੰ। ਅਗਰ ਤੁਸੀਂ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤੇ ਨਾਮ ਸਿਮਰਨ ਦਾ ਜਪ ਕਰੋ। ਸੰਗਤ ਜੀ ਉਹਨਾਂ ਨੇ ਆਪਣੇ ਪਿਛਲੇ ਜਨਮ ਵਿੱਚ ਨਾਮ ਸਿਮਰਨ ਦਾ ਜਪ ਕੀਤਾ, ਜਿਸ ਦੇ ਫਲਸਵਰੂਪ ਉਹਨਾਂ ਨੂੰ ਇਸ ਜਨਮ ਦੇ ਵਿੱਚ ਪਰਮਾਤਮਾ ਦੇ ਜੋ ਸਾਕਸ਼ਾਤ ਜੋ ਸੀਗੇ ਦਰਸ਼ਨ ਹੋਏ। ਤੇ ਸੰਗਤ ਜੀ ਇਹ ਸਾਰਾ ਕੁਝ ਦੇਖ ਕੇ ਧੰਨਾ ਜੀ ਜੋ ਸੀ ਪਰਮਾਤਮਾ ਦੇ ਜੋ ਚਰਨਾਂ ਦੇ ਵਿੱਚ ਗਿਰ ਕੇ ਬੜਾ ਹੀ ਰੋਂਦੇ ਨੇ, ਮਾਫੀਆਂ ਮੰਗਦੇ ਨੇ ਕਿ ਮੇਰੇ ਤੋਂ ਤੇ ਬਹੁਤ ਵੱਡੀ ਭੁੱਲ ਹੋ ਗਈ ਹੈ, ਮੈਂ ਤੇ ਬਹੁਤ ਵੱਡਾ ਮਹਾਮੂਰਖ ਹਾਂ। ਮੈਂ ਜੋ ਆਪ ਨੂੰ ਇਸ ਤਰ੍ਹਾਂ ਆਪਣਾ ਯਾਰ ਬੇਲੀ ਸਮਝਦਾ ਰਿਹਾ, ਆਪ ਜੀ ਤੋਂ ਆਪਣੇ ਬੈਲ ਹਕਵਾਉਂਦਾ ਰਿਹਾ। ਸੰਗਤ ਜੀ ਬਹੁਤ ਹੀ ਜ਼ਿਆਦਾ ਰੋਂਦੇ ਨੇ ਤੇ ਸੰਗਤ ਜੀ ਪਰਮਾਤਮਾ ਆਪ ਅੱਗੇ ਹੋ ਕੇ ਧੰਨਾ ਜੀ ਨੂੰ ਚੁੱਕਦੇ ਨੇ ਤੇ ਕਹਿੰਦੇ ਨੇ ਕਿ ਧੰਨਾ ਜੀ ਇਹ ਤੇ ਆਪਣਾ ਜਿਹੜਾ ਮੇਲ ਸੀਗਾ ਬਾਹਰੋਂ ਸੀਗਾ, ਤੁਸੀਂ ਮੈਨੂੰ ਬਾਹਰੀ ਰੂਪ ਦੇ ਵਿੱਚ ਦੇਖ ਰਹੇ ਹੋ, ਪਰ ਧੰਨਾ ਜੀ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਮੈਨੂੰ ਆਪਣੇ ਅੰਦਰੋਂ ਹੀ ਪਾਓ ਤੇ ਉਹ ਪਾ ਸਕਦੇ ਹੋ ਸਿਰਫ ਨਾਮ ਸਿਮਰਨ ਦਾ ਜਪ ਕਰਕੇ। ਸੰਗਤ ਜੀ ਇੰਨਾ ਕਹਿ ਕੇ ਕਿ ਮੈਂ ਹੁਣ ਤੁਹਾਨੂੰ ਤੁਹਾਡੇ ਅੰਦਰ ਹੀ ਮਿਲਾਂਗਾ, ਇੰਨਾ ਕਹਿ ਕੇ ਪਰਮਾਤਮਾ ਹਵਾ ਵਿੱਚ ਗਾਇਬ ਹੋ ਜਾਂਦੇ ਨੇ। ਸੰਗਤ ਜੀ ਫਿਰ ਕੀ ਸੀ, ਧੰਨਾ ਜੀ ਦੇ ਅੰਦਰ ਜੋ ਪਰਮਾਤਮਾ ਨੂੰ ਪਾਉਣ ਦੀ ਲਗਨ ਲੱਗ ਗਈ ਸੀ ਸੰਗਤ ਜੀ। ਤੇ ਸੰਗਤ ਜੀ ਉਹ ਭਟਕ ਰਹੇ ਸੀਗੇ ਕਿ ਮੈਂ ਨਾਮ ਸਿਮਰਨ ਦੀ ਦਾਤ ਕਿੱਥੋਂ ਲਵਾਂ, ਕਿਸ ਨੂੰ ਆਪਣਾ ਗੁਰੂ ਬਣਾਵਾਂ। ਤੇ ਸੰਗਤ ਜੀ ਜਿਹਨੂੰ ਜਿਹੜੀ ਚੀਜ਼ ਦੀ ਤਾਂਘ ਹੁੰਦੀ ਹੈ ਫਿਰ ਉਹਨੂੰ ਉਹ ਚੀਜ਼ ਮਿਲ ਹੀ ਜਾਂਦੀ ਹੈ। ਉਹਨਾਂ ਨੇ ਫਿਰ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਸੈਨ ਜੀ ਬਾਰੇ ਬੜਾ ਸੁਣਿਆ ਤੇ ਸੰਗਤ ਜੀ ਉਹ ਵੀ ਫਿਰ ਉਸੇ ਹੀ ਦਿਸ਼ਾ ਵਿੱਚ ਚੱਲ ਗਏ। ਤੇ ਸੰਗਤ ਜੀ ਉਹਨਾਂ ਨੇ ਰਾਮਾਨੰਦ ਜੀ ਨੂੰ ਆਪਣਾ ਗੁਰੂ ਬਣਾਇਆ, ਉਹਨਾਂ ਕੋਲੋਂ ਨਾਮ ਸਿਮਰਨ ਦੀ ਜੋ ਦਾਤ ਸੀ ਫਿਰ ਲਈ। ਸੰਗਤ ਜੀ ਇੱਥੇ ਫਿਰ
ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪ ਜੀ ਦੇ ਲਈ ਇੱਕ ਸ਼ਬਦ ਉਚਾਰਿਆ ਹੈ ਸੰਗਤ ਜੀ, ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕੀਤਾ ਗਿਆ ਹੈ। ਕੀ ਕਹਿ ਰਹੇ ਨੇ? ਮਹੱਲਾ ਪੰਜਵਾਂ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਅਰਥਾਤ ਨਾਮਦੇਵ ਜੀ ਦਾ ਮਨ ਸਦਾ ਪਰਮਾਤਮਾ ਨਾਲ ਜੁੜਿਆ ਰਹਿੰਦਾ ਸੀਗਾ। ਆੜ ਧਾਮ ਕੋ ਛੀਪਰੋ ਹੋਇਓ ਲਾਖੀਨਾ। ਹਰ ਵੇਲੇ ਉਸ ਦੀ ਜੋ ਯਾਦ ਸੀ, ਉਹਦੀ ਬਰਕਤ ਨਾਲ ਅੱਧੀ ਕੌੜੀ ਦਾ ਛੀਂਬਾ ਜੋ ਸੀ ਲੱਖਪਤੀ ਬਣ ਗਿਆ। ਸੰਗਤ ਜੀ, ਲੱਖਪਤੀ ਬਣਨ ਦਾ ਮਤਲਬ ਕਿ ਉਹਨਾਂ ਦੀ ਆਤਮਾ ਜੋ ਸੀ ਉਹ ਪਿਓਰ ਹੋ ਗਈ ਸੀ, ਅਤੇ ਪਰਮਾਤਮਾ ਦੇ ਵਿੱਚ, ਇਸ ਲੋਕ ਵਿੱਚ ਵੀ ਅਤੇ ਪਰਮਾਤਮਾ ਦੇ ਲੋਕ ਵਿੱਚ ਵੀ ਉਹਨਾਂ ਨੂੰ ਮਾਨ ਇੱਜ਼ਤ ਜੋ ਸੀ ਮਿਲ ਗਿਆ ਸੀਗਾ। ਅੱਗੇ ਕਹਿੰਦੇ ਰਹਾਓ, ਬੁਨਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਸੰਗਤ ਜੀ, ਜੋ ਕਬੀਰ ਜੀ ਸਨ, ਕੱਪੜਾ ਬੁਣਨ ਅਤੇ ਤਨਨ ਦਾ ਕੰਮ ਕਰਦੇ ਸਨ। ਸੰਗਤ ਜੀ, ਉਹਨਾਂ ਬਾਰੇ ਕਹਿ ਰਹੇ ਨੇ ਕਿ ਕੱਪੜਾ ਬੁਣਨ ਅਤੇ ਤਨਨ ਦੀ ਲਗਨ ਛੱਡ ਕੇ ਕਬੀਰ ਨੇ ਪ੍ਰਭੂ ਚਰਨਾਂ ਨਾਲ ਲਗਨ ਲਗਾ ਲਈ। ਨੀਚ ਕੁਲਾ ਜੋ ਲਾਹਰਾ ਪਇਓ ਗੁਣੀ ਗਹੀਰਾ। ਨੀਚ ਜਾਤ ਦਾ ਗਰੀਬ ਜੁਲਾਹਾ ਸੀ, ਗੁਨਾਹ ਦਾ ਸਮੁੰਦਰ ਬਣ ਗਿਆ। ਫਿਰ ਕਹਿ ਰਹੇ ਨੇ, ਰਵਿਦਾਸ ਟੁਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਰਵਿਦਾਸ ਜੀ ਪਹਿਲਾਂ ਨਿਤ ਮਰੇ ਹੋਏ ਪਸ਼ੂ ਢੂੰਡਦੇ ਸਨ, ਪਰ ਜਦੋਂ ਉਹਨਾਂ ਨੇ ਜੋ ਦੁਨੀਆ ਦੀ ਮੋਹ ਮਾਇਆ ਹੈ ਛੱਡ ਦਿੱਤੀ ਅਤੇ ਪਰਮਾਤਮਾ ਨਾਲ ਜੋ ਹੈ ਦਿਲ ਆਪਣਾ ਲਗਾ ਲਿਆ, ਪਰਮਾਤਮਾ ਦੀ ਭਗਤੀ ਕਰਨੀ ਸ਼ੁਰੂ ਕਰ ਦਿੱਤੀ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸਾਧ ਸੰਗਤ ਵਿੱਚ ਰਹਿ ਕੇ ਉਹ ਉੱਗਾ ਹੋ ਗਿਆ, ਉਸ ਨੂੰ ਪਰਮਾਤਮਾ ਦੇ ਜੋ ਸਨ ਦਰਸ਼ਨ ਹੋ ਗਏ ਸਨ। ਫਿਰ ਕਹਿ ਰਹੇ ਨੇ, ਸੈਨ ਨਾਈ ਬੁਤਕਾਰਿਆ ਉਹ ਘਰ ਘਰ ਸੁਣਿਆ। ਸੰਗਤ ਜੀ, ਸੈਨ ਨਾਈ ਲੋਕਾਂ ਦੀ ਬੱਤੀਆਂ ਜੋ ਬੁੱਤੀਆਂ ਸੀ ਕੱਢਣ ਵਾਲੇ ਸੀਗੇ, ਉਹਨਾਂ ਦੀ ਫਿਰ ਘਰ ਘਰ ਸ਼ੋਭਾ ਹੋ ਤੁਰੀ। ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮਹਿ ਗਨਿਆ। ਉਸਦੇ ਹਿਰਦੇ ਵਿੱਚ ਪਰਮਾਤਮਾ ਜੋ ਸੀ ਵਸ ਪਏ ਸਨ, ਅਤੇ ਉਹ ਫਿਰ ਜੋ ਸੈਨ ਨਾਈ ਸਨ ਭਗਤਾਂ ਵਿੱਚ ਗਿਣੇ ਜਾਣ ਲੱਗ ਪਏ। ਸੰਗਤ ਜੀ, ਫਿਰ ਗੁਰੂ ਸਾਹਿਬ ਜੋ ਸਨ ਧੰਨਾ ਜੀ ਬਾਰੇ ਕਹਿ ਰਹੇ ਹਨ, ਇਹ ਬਿਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਇਹਨਾਂ ਭਗਤਾਂ ਬਾਰੇ ਸੁਣ ਕੇ, ਇਹਨਾਂ ਦੇ ਜੋ ਜੀਵਨ ਹੈ ਉਹਨਾਂ ਬਾਰੇ ਸੁਣ ਕੇ ਜੋ ਗਰੀਬ ਧੰਨਾ ਜੱਟ ਸੀ ਉਹ ਵੀ ਉੱਠ ਕੇ ਭਗਤੀ ਕਰਨ ਲੱਗ ਪਿਆ, ਅਤੇ ਉਸ ਨੂੰ ਵੀ ਫਿਰ ਪਰਮਾਤਮਾ ਦੇ ਜੋ ਸਾਕਸ਼ਾਤ ਦਰਸ਼ਨ ਸਨ ਹੋ ਗਏ ਸਨ। ਸੰਗਤ ਜੀ, ਜਿਵੇਂ ਧੰਨਾ ਜੀ ਨੇ ਨਾਮ ਜਪ ਜਪ ਕੇ ਆਪਣੇ ਅੰਦਰੋਂ ਹੀ ਫਿਰ ਪਰਮਾਤਮਾ ਨੂੰ ਪਾ ਲਿਆ ਸੀਗਾ, ਅਤੇ ਫਿਰ ਉਹਨਾਂ ਦੇ ਅੰਦਰੋਂ ਜੋ ਸੀਗਾ ਗਿਆਨ ਪ੍ਰਗਟ ਹੋਇਆ, ਅਤੇ ਉਹਨਾਂ ਨੇ ਗਿਆਨ ਜੋ ਸੀਗਾ ਬਾਣੀ ਦੇ ਰੂਪ ਵਿੱਚ ਰਚਿਆ। ਅਤੇ ਸੰਗਤ ਜੀ, ਉਹਨਾਂ ਦੇ 3 ਜੋ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕੀਤੇ ਗਏ ਨੇ। ਸੰਗਤ ਜੀ, ਅੱਜ ਜੋ ਧੰਨਾ ਜੀ ਦੀ ਸਾਖੀ ਆਪਾਂ ਨੇ ਸਾਂਝੀ ਕੀਤੀ ਹੈ, ਸੰਗਤ ਜੀ, ਸਾਖੀ ਸਾਂਝਿਆਂ ਕਰਦੇ ਸਮੇਂ, ਬਾਣੀ ਦੀ ਪੰਕਤੀਆਂ ਦਾ ਉਚਾਰਨ ਕਰਦੇ ਸਮੇਂ ਮੈਥੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣੀਆਂ। ਸੰਗਤ ਜੀ, ਪਰਮਾਤਮਾ ਆਪ ਬਖਸ਼ਣਹਾਰ ਹੈ। ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਭੁੱਲਾਂ ਜੋ ਨੇ ਨਾ ਚਿਤਾਰਨਾ। ਸੰਗਤ ਜੀ, ਇੱਥੇ ਹੀ ਆਪਣੀ ਵਿਚਾਰਾਂ ਨੂੰ ਸੰਕੋਚਦੀ ਹੋਈ ਫਤਿਹ ਦੀ ਸਾਂਝ ਪਾਉਂਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਡੀਓ ਨੂੰ ਪਿਆਰ ਜ਼ਰੂਰ ਦੇਣਾ ਜੀ। ਲਾਈਕ, ਸ਼ੇਅਰ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ।